ਸੋ ਸਤਿ ਸ੍ਰੀ ਅਕਾਲ ਦੋਸਤੋ। ਅੱਜ ਕੁਝ ਵਿਚਾਰਾਂ ਮੈਂ ਮਰਹੂਮ ਦੀਪ ਸਿੱਧੂ ਬਾਰੇ ਤੁਹਾਡੇ ਨਾਲ ਕਰਨੀਆਂ ਚਾਹੁੰਦਾ ਹਾਂ। ਮੈਂ ਪਿਛਲੇ 12-13 ਦਿਨ ਤੋਂ ਲਗਭਗ ਸਾਰੀਆਂ ਖਬਰਾਂ ਤੇ ਸਾਰੇ ਹਾਲਾਤਾਂ ਉੱਤੇ ਨਜ਼ਰਸਾਨੀ ਕਰਦਾ ਪਿਆ ਸਾਂ। ਦੀਪ ਸਿੱਧੂ ਦੀ ਮੌਤ ਵਾਲੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਲੋਕਾਂ ਨੇ ਆਪਣੇ ਵਿਚਾਰ ਜਿਹੜੇ ਪੇਸ਼ ਕੀਤੇ ਨੇ, ਉਹਨਾਂ ਨੂੰ ਵੀ ਬੜੀ ਘੋਖ ਨਾਲ ਵਿਚਾਰਿਆ, ਪੜ੍ਹਿਆ ਅਤੇ ਸੁਣਿਆ। ਬਹੁਤੇ ਲੋਕਾਂ ਨੇ ਕਿਹਾ ਕਿ ਦੀਪ ਸਿੱਧੂ ਦੀ ਮੌਤ ਜਿਹੜੀ ਹੈ ਉਹ ਹਾਦਸਾ ਨਹੀਂ ਹੈ, ਉਹ ਪਲਾਨਿੰਗ ਕਤਲ ਕੀਤਾ ਗਿਆ ਹੈ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਾਂਚ ਦਾ ਵਿਸ਼ਾ ਨੇ, ਔਰ ਜਾਂਚ ਤੋਂ ਬਾਅਦ ਪਤਾ ਲੱਗਦਾ ਹੈ ਕਿ ਅਸਲ 'ਚ ਉਸ ਦਿਨ ਕੀ ਵਾਪਰਿਆ ਸੀ। ਪਰ ਮੈਂ ਇਸ ਦੇ ਨਾਲ ਜੋੜ ਕੇ ਹੀ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਕਿ ਜੋ ਲੋਕ ਇਹ ਸਾਬਤ ਕਰਨ 'ਤੇ ਲੱਗੇ ਹੋਏ ਨੇ, ਜਿਨ੍ਹਾਂ ਦਾ ਸਾਰਾ ਜ਼ੋਰ ਲੱਗਾ ਹੋਇਆ ਕਿ ਦੀਪ ਸਿੱਧੂ ਇੱਕ ਪਤਿਤ ਸੀ, ਜਾਂ ਕਹਿ ਲਓ ਕਿ ਉਹ ਇੱਕ ਫਿਲਮ ਐਕਟਰ ਸੀ, ਉਹ ਸਿੱਖ ਪਰੰਪਰਾਵਾਂ ਦੇ ਨਾਲ ਮੇਲ ਨਹੀਂ ਸੀ ਖਾਂਦਾ, ਇਸ ਕਰਕੇ ਉਹਨੂੰ ਕੌਮੀ ਯੋਧੇ ਦਾ ਜਾਂ ਕੌਮੀ ਸ਼ਹੀਦ ਦਾ ਦਰਜਾ ਦੇਣਾ ਸਿੱਖ ਪਰੰਪਰਾਵਾਂ ਨਾਲ, ਸਿੱਖ ਰਿਲੀਜਨ ਨਾਲ ਜਿਹੜਾ ਹੈ ਉਹ ਧੱਕਾ ਕੀਤਾ ਜਾ ਰਿਹਾ। ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰਾਂਗਾ ਕਿ ਉਹਨੂੰ ਕੌਮੀ ਯੋਧਾ ਕਿਉਂ ਐਲਾਨਿਆ ਗਿਆ, ਉਹਨੂੰ ਕੌਮੀ ਸ਼ਹੀਦ ਦਾ ਦਰਜਾ ਕਿਉਂ ਦਿੱਤਾ ਗਿਆ, ਉਹਦੀ ਅੰਤਮ ਅਰਦਾਸ ਮੌਕੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਲੱਖਾਂ ਦਾ ਠਾਠਾਂ ਮਾਰਦਾ ਇਕੱਠ ਕਿਉਂ ਉਮੜਿਆ, ਨੌਜਵਾਨਾਂ ਨੇ ਕਿਉਂ ਇਹ ਨਾਅਰੇ ਲਾਏ ਕਿ ਦੀਪ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ। ਸੋ ਇਹ ਗੱਲਾਂ ਬੜੀਆਂ ਵਿਚਾਰਨਯੋਗ ਨੇ। ਅਸੀਂ ਇਲਜ਼ਾਮ ਤਰਾਸ਼ੀ ਕਰਨ ਲੱਗੇ ਸਭ ਤੋਂ ਅੱਗੇ ਹੋ ਕੇ ਆਪਣਾ ਰੋਲ ਅਦਾ ਕਰਦੇ ਹਾਂ। ਇਹ ਸਾਡੀ ਪੰਜਾਬੀਆਂ ਦੀ ਕਮਜ਼ੋਰੀ ਕਹਿ ਲਈਏ, ਜਾਂ ਸਾਡੀ ਮਾਨਸਿਕਤਾ ਇੱਥੇ ਖੜੀ ਹੋ ਚੁੱਕੀ ਹੈ ਕਿ ਅਸੀਂ ਸੱਚ ਦਾ ਸਾਹਮਣਾ ਕਰਨ ਦੀ ਬਜਾਏ ਉਸ ਨੂੰ ਭੰਡਣ 'ਤੇ ਲੱਗ ਜਾਂਦੇ ਹਾਂ। ਸੋ ਬੰਦੇ ਦੇ ਕਰੈਕਟਰ ਵਾਈਜ਼ ਜੇ ਗੱਲ ਕਰ ਲਈਏ, ਉਹਦੇ ਸਫ਼ਰ ਬਾਰੇ ਗੱਲ ਕਰ ਲਈਏ, ਜੀਵਨ ਕਾਲ ਉਹਦਾ ਕਿਸ ਤਰ੍ਹਾਂ ਦਾ, ਇਹ ਤੈਅ ਕਰਦੇ ਨੇ ਉਹਦੇ ਪਰਿਵਾਰ ਵਾਲੇ। ਲੋਕਾਂ ਵੱਲੋਂ ਬੜਾ ਚਿੱਕੜ ਉਛਾਲਿਆ ਗਿਆ ਕਿ ਦੀਪ ਆਪਣੀ ਘਰਵਾਲੀ ਨੂੰ ਛੱਡ ਕੇ, ਆਪਣੀ 8 ਸਾਲਾਂ ਦੀ ਬੱਚੀ ਨੂੰ ਛੱਡ ਕੇ ਬਾਹਰ ਦੂਸਰੀ ਔਰਤ ਦੇ ਨਾਲ ਜਿਹੜਾ ਉਹ ਸਫ਼ਰ ਕਰਦਾ ਪਿਆ ਸੀ, ਔਰ ਸਫ਼ਰ ਦੇ ਦੌਰਾਨ ਹੀ ਜਿਹੜੀ ਉਸਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ ਹੈ। ਸੋ ਮੈਂ ਦੀਪ ਸਿੱਧੂ ਦੀ ਘਰਵਾਲੀ ਹੈ ਜੋ ਇਸ ਵੇਲੇ ਵਿਧਵਾ ਹੋ ਚੁੱਕੀ ਹੈ, ਉਸ ਦੇ ਬੋਲ ਵੀ ਸੁਣੇ ਨੇ। ਉਸਨੇ ਬਹੁਤਾ ਤਾਂ ਕਿਸੇ ਵੀ ਸੋਸ਼ਲ ਸਾਈਟ ਦੇ ਉੱਤੇ ਜਾਂ ਮੀਡੀਆ ਨੂੰ ਬਿਆਨ ਨਹੀਂ ਦਿੱਤਾ, ਪਰ ਬੀਤੇ ਕੱਲ੍ਹ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਨਤਮਸਤਕ ਹੋਣ ਆਏ ਨੇ। ਦੀਪ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਉਹਨਾਂ ਨੇ ਪ੍ਰਾਰਥਨਾ ਜਿਹੜੀ ਹੈ ਸ੍ਰੀ ਦਰਬਾਰ ਸਾਹਿਬ ਗੁਰੂ ਮਹਾਰਾਜ ਅੱਗੇ ਕੀਤੀ ਹੈ, ਔਰ ਉਹਨਾਂ ਨੇ ਬੜੇ ਸੁਚੱਜੇ ਢੰਗ ਨਾਲ ਸਿਰਫ 2 ਲਾਈਨਾਂ ਦੇ ਵਿੱਚ ਹੀ ਆਪਣੀ ਗੱਲ ਨਿਬੇੜ ਦਿੱਤੀ ਹੈ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਹਾਂ, ਔਰ ਦੀਪ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਹੈ। ਔਰ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੀਪ ਨੂੰ ਜਿਹੜਾ ਆ ਉਹ ਮਾਨ ਸਨਮਾਨ ਬਖਸ਼ਿਆ, ਜਾਂ ਸਾਡੇ ਪਰਿਵਾਰ ਨੂੰ ਮਾਨ ਸਨਮਾਨ ਬਖਸ਼ਿਆ। ਸੋ ਇਹ ਬਿਆਨ ਜਿਹੜਾ ਹੈ ਸੋਚਣ ਵਾਲਾ ਹੈ, ਗੌਰ ਕਰਨ ਵਾਲਾ ਹੈ ਕਿ ਜੇ ਦੀਪ ਸਿੱਧੂ ਅਜਿਹਾ ਇਨਸਾਨ ਸੀ ਜੋ ਬਾਹਰ ਦੂਸਰੀ ਔਰਤ ਦੇ ਨਾਲ ਘੁੰਮਦਾ ਪਿਆ ਸੀ, ਗਲਤ ਕਾਰਵਾਈਆਂ ਕਰਦਾ ਸੀ, ਤਾਂ ਫਿਰ ਉਹਦੇ ਪਰਿਵਾਰ ਨੇ ਤਾਂ ਕੋਈ ਇਤਰਾਜ਼ ਹੀ ਨਹੀਂ ਉਠਾਇਆ। ਨਾ ਤਾਂ ਦੀਪ ਦੀ ਮੌਤ ਤੋਂ ਪਹਿਲਾਂ ਉਹਦੀ ਘਰਵਾਲੀ ਦਾ ਕੋਈ ਅਜਿਹਾ ਬਿਆਨ, ਜਾਂ ਉਹਦੇ ਪਰਿਵਾਰ ਵਾਲਿਆਂ ਦਾ ਕੋਈ ਅਜਿਹਾ ਬਿਆਨ ਸਾਹਮਣੇ ਆਇਆ, ਜਾਂ ਕੋਈ ਅਜਿਹਾ ਲੜਾਈ ਝਗੜਾ ਪਰਿਵਾਰਕ ਸਾਹਮਣੇ ਆਇਆ ਜਿਸ ਤੋਂ ਦੀਪ ਸਿੱਧੂ ਦੇ ਜੀਵਨ ਦੇ ਉੱਤੇ ਜਾਂ ਉਹਦੀ ਸ਼ਖਸੀਅਤ ਦੇ ਉੱਤੇ ਉਂਗਲ ਚੁੱਕੀ ਜਾਵੇ। ਕੋਈ ਗੱਲਬਾਤ ਨਹੀਂ ਹੋਈ। ਪਰ ਆ ਜਿਹੜੇ ਸਰਟੀਫਿਕੇਟ ਵੰਡਣ ਵਾਲੇ ਨੇ, ਫੇਸਬੁੱਕ ਦੇ ਵਿਦਵਾਨ ਨੇ ਜਿਹੜੇ, ਇਹਨਾਂ ਦਾ ਸਾਰਾ ਹੀ ਜ਼ੋਰ ਲੱਗਾ ਹੋਇਆ ਕਿ ਦੀਪ RSS ਦਾ ਬੰਦਾ ਸੀ, ਦੀਪ ਸਿੱਖ ਵਿਰੋਧੀ ਏਜੰਸੀਆਂ ਦਾ ਪਲਾਂਟ ਕੀਤਾ ਹੋਇਆ ਬੰਦਾ ਸੀ। ਸੋ ਦੀਪ ਦੀਆਂ ਗੱਲਾਂ ਬਾਤਾਂ ਵਿੱਚ ਕਦੇ ਵੀ ਅਜਿਹੀ ਕੋਈ ਝਲਕ ਨਹੀਂ ਪਈ, ਪਰ ਜਿਹੜੇ ਇਹ ਪ੍ਰਚਾਰ ਕਰਦੇ ਨੇ ਕਿ ਉਹ ਇਹ ਸਾਬਤ ਕਰ ਸਕਦੇ ਨੇ ਕਿ ਉਹ RSS ਦਾ ਪ੍ਰਚਾਰ ਨਹੀਂ ਕਰ ਰਹੇ, ਉਹਨਾਂ ਦਾ ਸਾਰਾ ਹੀ ਜ਼ੋਰ ਲੱਗਾ ਹੋਇਆ ਕਿ ਦੀਪ ਨੂੰ ਕਿਸੇ ਤਰ੍ਹਾਂ ਅਜਿਹਾ ਸ਼ਰਾਬੀ ਕਬਾਬੀ ਐਲਾਨ ਦਿੱਤਾ ਜਾਵੇ ਜਿਸ ਨਾਲ ਉਹਦੀ ਗੱਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਜਾਵੇ। ਪਰ ਨਹੀਂ ਦੋਸਤੋ, ਦੀਪ ਸਿੱਧੂ ਦੀ ਸ਼ਖਸੀਅਤ ਕੀ ਸੀ, ਮੈਂ ਉਹਦੇ ਬਾਰੇ ਤੁਹਾਡੇ ਨਾਲ ਗੱਲ ਕਰਦਾ, ਖੁੱਲ੍ਹ ਕੇ ਕਰਦਾ ਹਾਂ ਕਿ ਦੀਪ ਸਿੱਧੂ ਇੱਕ ਫਿਲਮੀ ਐਕਟਰ ਸੀ। ਉਹਦਾ ਜੀਵਨ ਕਾਲ ਸਾਰਾ ਜਿਹੜਾ ਉਹ ਬੰਬੇ ਗੁਜ਼ਰਿਆ, ਪੜ੍ਹਾਈ ਦੌਰਾਨ ਗੁਜ਼ਰਿਆ, ਬਾਹਰ ਵਿਦੇਸ਼ 'ਚ ਵੀ ਪੜ੍ਹਾਈ ਕੀਤੀ। ਸੋ ਉਹਦਾ ਅਜਿਹਾ ਸੁਭਾਅ ਬਣ ਚੁੱਕਾ ਸੀ ਜਿਸ ਤਰ੍ਹਾਂ ਦੀ ਕਲਾਕਾਰਾਂ ਦੀ ਜਾਂ ਐਕਟਰਾਂ ਦੀ ਲਾਈਫ ਹੁੰਦੀ ਹੈ। ਪਰ
ਸਿੱਖ ਕੌਮ ਦੀ ਇੱਕ ਜਿਹੜੀ ਤਰਾਸਦੀ ਬੜੀ ਵੱਡੀ ਰਹੀ ਹੈ ਕਿ ਸਿੱਖ ਕੌਮ ਨੂੰ, ਸਿੱਖ ਪਰੰਪਰਾਵਾਂ ਨੂੰ ਛੱਡ ਕੇ ਜਾਣ ਵਾਲੇ ਬਹੁਤ ਲੋਕ ਤੁਹਾਨੂੰ ਮਿਲ ਜਾਣਗੇ। ਸ਼ਾਇਦ ਮੈਂ ਵੀ ਉਹਨਾਂ 'ਚ ਆਉਂਦਾ ਹਾਂ, ਪਰ ਅਜਿਹੇ ਲੋਕ ਬਹੁਤ ਘੱਟ ਨੇ, ਉਂਗਲਾਂ 'ਤੇ ਗਿਣੇ ਜਾ ਸਕਦੇ ਨੇ, ਜਾਂ ਕਹਿ ਲਓ ਕਿ ਉਂਗਲਾਂ 'ਤੇ ਗਿਣੇ ਵੀ ਨਹੀਂ ਜਾ ਸਕਦੇ। ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਜਿਹੜੇ ਆਪਣਾ ਸਾਰਾ ਐਸ਼ੋ ਆਰਾਮ ਦਾ ਜਿਹੜਾ ਤਾਮਝਾਮ ਹੈ ਉਹ ਛੱਡ ਕੇ, ਆਪਣਾ ਕੈਰੀਅਰ ਛੱਡ ਕੇ ਸਿੱਖ ਪਰੰਪਰਾਵਾਂ ਨੂੰ ਅਪਣਾਉਣ ਦੀ ਗੱਲ ਕਰਦੇ ਨੇ ਜਾਂ ਇਹਦੇ ਲਈ ਹਾ ਦਾ ਨਾਅਰਾ ਮਾਰਦੇ ਨੇ। ਸੋ ਦੀਪ ਸਿੱਧੂ ਵੀ ਇੱਕ ਅਜਿਹਾ ਕਲਾਕਾਰ ਸੀ ਜਿਸ ਦੇ ਵਿੱਚ ਪੰਜਾਬ ਤੇ ਪੰਜਾਬੀਅਤ ਵਸਦੀ ਸੀ। ਉਸਨੇ ਆਪਣਾ 37 ਸਾਲ ਦਾ ਜੀਵਨ ਸਫ਼ਰ ਜਿਹੜਾ ਵੇਖਿਆ, ਔਰ ਉਸ ਤੋਂ ਬਾਅਦ ਉਹਨੇ ਪੰਜਾਬੀਆਂ ਲਈ, ਪੰਜਾਬੀਅਤ ਲਈ, ਸਿੱਖਇਜ਼ਮ ਲਈ, ਸਿੱਖ ਪਰੰਪਰਾਵਾਂ ਲਈ ਹਾ ਦਾ ਨਾਅਰਾ ਮਾਰਿਆ। ਸੋ ਹੋ ਸਕਦਾ ਸੀ ਕਿ ਆਉਣ ਵਾਲੇ ਸਮੇਂ 'ਚ ਦੀਪ ਸਿੱਧੂ ਸਿੱਖ ਪਰੰਪਰਾਵਾਂ ਨੂੰ ਅਪਣਾ ਲੈਂਦਾ। ਜਾਂ ਪਿੱਛੇ ਜੇ ਇੱਕ ਪੱਤਰਕਾਰ ਨੇ ਸਵਾਲ ਕੀਤਾ ਸੀ ਕਿ ਜੇ ਛੱਡਣਾ ਪਿਆ ਆਪਣਾ ਫਿਲਮੀ ਕੈਰੀਅਰ ਤਾਂ ਛੱਡ ਦਿਓਗੇ, ਤਾਂ ਦੀਪ ਦਾ ਜਵਾਬ ਸੀ ਕਿ ਜੇ ਪੰਜਾਬ ਹਾਸ਼ੀਏ 'ਤੇ ਜਾਂਦਾ ਹੈ ਤਾਂ ਉਹ ਸਾਰਾ ਕੁਝ ਛੱਡਣ ਲਈ ਤਿਆਰ ਨੇ, ਔਰ ਆ ਕੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨਗੇ, ਪੰਜਾਬੀ ਲੋਕ ਮੁੱਦਿਆਂ ਦੀ ਗੱਲ ਕਰਨਗੇ। ਸੋ ਅਜੇ ਤਾਂ ਸ਼ੁਰੂਆਤੀ ਦੌਰ ਸੀ। ਤਾਂ ਸਭ ਤੋਂ ਵੱਡੀ ਗੱਲ ਇਹ ਵੇਖਣ ਚਾਹੀ ਜਿਸ ਕਰਕੇ ਦੀਪ ਨੂੰ ਕੌਮੀ ਯੋਧਾ ਜਾਂ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ ਕਿ ਉਸਨੇ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਖਾਲਸਾਈ ਪਰੰਪਰਾਵਾਂ ਦੀ ਗੱਲ ਕੀਤੀ ਸੀ, ਚੋਣ ਪ੍ਰਚਾਰ ਆਰੰਭਿਆ ਸੀ ਅਤੇ ਸਿੱਖ ਨੌਜਵਾਨਾਂ ਨੂੰ, ਪੰਜਾਬੀਆਂ ਨੂੰ ਇਹ ਅਹਿਸਾਸ ਕਰਵਾਇਆ ਸੀ ਕਿ ਤੁਹਾਡਾ ਚੋਣ ਨਿਸ਼ਾਨ ਜਿਹੜਾ ਆ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਤੇਗ ਹੋਣੀ ਚਾਹੀਦੀ ਹੈ, ਨਾ ਕਿ ਕਿਸੇ ਹੋਰਨਾਂ ਪਾਰਟੀਆਂ ਦਾ ਹੋਣਾ ਚਾਹੀਦਾ ਜਿਹੜੇ ਸਾਨੂੰ ਹੁਣ ਤੱਕ ਲੁੱਟਦੇ ਅਤੇ ਕੁੱਟਦੇ ਆ ਰਹੇ ਨੇ, ਜਿਹੜੇ ਪੰਜਾਬ ਨਾਲ ਧਰੋਹ ਕਮਾਉਂਦੇ ਆ ਰਹੇ ਨੇ। ਸੋ ਇਹਨਾਂ ਗੱਲਾਂ ਦੀ ਸਜ਼ਾ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਹਨੂੰ ਮਿਲੀ ਹੈ ਕਿ ਇੱਕ ਲਾਣਾ ਜਿਹੜਾ ਹੈ ਉਹਦੇ ਵਿਰੁੱਧ ਪ੍ਰਚਾਰ ਕਰਨ ਲਈ ਉੱਠ ਖੜਾ ਹੋਇਆ ਕਿ ਪਵਿੱਤਰ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ, ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦਾ ਵੱਡਾ ਨੁਕਸਾਨ ਜਿਹੜਾ ਉਸ ਧਰਤੀ 'ਤੇ ਝੱਲਣਾ ਪਿਆ, ਉਸ ਜਗ੍ਹਾ ਤੋਂ ਦੀਪ ਸਿੱਧੂ ਵਰਗੇ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣਾ ਇਹ ਮਾਇਨੇ ਨਹੀਂ ਰੱਖਦਾ। ਪਰ ਦੱਸੋ, ਜੇ ਕੋਈ ਪੰਜਾਬੀਆਂ ਲਈ, ਸਿੱਖਾਂ ਲਈ ਹਾ ਦਾ ਨਾਅਰਾ ਮਾਰਦਾ ਹੈ ਕਿ ਉਸ ਨੂੰ ਸਰਟੀਫਿਕੇਟ ਦਿੱਤਾ ਜਾਣਾ ਜ਼ਰੂਰੀ ਹੈ ਕਿ ਉਹ ਸਭ ਤੋਂ ਪਹਿਲਾਂ ਸਿੱਖ ਪਰੰਪਰਾਵਾਂ 'ਚ ਹੋਵੇ, ਉਹ ਆਪਣਾ ਸਾਰਾ ਕੁਝ ਛੱਡਾ ਕੇ ਫਿਰ ਸਾਡੀ ਗੱਲ ਕਰੇ। ਅਜਿਹਾ ਨਹੀਂ ਹੁੰਦਾ, ਇਵੇਂ ਨਹੀਂ ਹੁੰਦਾ। ਲੋਕ ਬੇਸ਼ੱਕ ਆਪਣਾ ਫੈਸਲਾ ਬੜੀ ਜਲਦੀ ਸੁਣਾ ਦਿੰਦੇ ਨੇ, ਪਰ ਦੀਪ ਸਿੱਧੂ ਦੀ ਬੋਲਬਾਣੀ ਵਿੱਚੋਂ, ਦੀਪ ਸਿੱਧੂ ਦੇ ਆ ਨਵੇਂ ਬਣੇ ਕਿਰਦਾਰ ਵਿੱਚੋਂ ਪੰਜਾਬੀਆਂ ਨੂੰ, ਨੌਜਵਾਨਾਂ ਨੂੰ ਇੱਕ ਆਸ ਦੀ ਕਿਰਨ ਲੱਗਦੀ ਸੀ ਕਿ ਜੇ ਇਹ ਪੜ੍ਹਿਆ ਲਿਖਿਆ ਨੌਜਵਾਨ ਜਿਹੜਾ ਆ ਉਹ ਸਾਡੀ ਅਗਵਾਈ ਕਰੇਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਬਲ ਮਿਲ ਸਕਦਾ ਹੈ। ਪਰ ਦੀਪ ਦੀ ਅਚਾਨਕ ਮੌਤ ਨੇ ਵੀ ਕਈ ਸਵਾਲ ਖੜੇ ਕਰ ਦਿੱਤੇ। ਮੈਂ ਥੋੜ੍ਹਾ ਜਿਹਾ ਮੌਤ ਬਾਰੇ ਵੀ ਗੱਲਬਾਤ ਕਰਾਂਗਾ ਕਿ ਬੜਿਆਂ ਨੇ ਕਿਹਾ ਕਿ ਇੱਕ ਉਹ ਐਕਸੀਡੈਂਟ ਸੀ ਜਿਹੜਾ ਔਨ ਰੋਡ ਚੱਲਦਿਆਂ ਆਮ ਹੀ ਕਈ ਵਾਰੀ ਹੋ ਜਾਂਦਾ ਹੈ, ਔਰ ਦੀਪ ਨਾਲ ਵੀ ਅਜਿਹਾ ਕੁਝ ਵਾਪਰਿਆ। ਕੁਝ ਲੋਕਾਂ ਦਾ ਇਹ ਤਰਕ ਹੈ ਕਿ ਦੀਪ ਨੂੰ ਕਤਲ ਕਰਕੇ ਜਿਹੜਾ ਉਹ ਗੱਡੀ ਦੇ ਵਿੱਚ ਬਾਅਦ ਵਿੱਚ ਸੁੱਟਿਆ ਗਿਆ ਹੈ ਉਹਦੀ ਡੈੱਡ ਬੋਡੀ ਨੂੰ, ਕਿ ਇਹ ਸਿੱਖਾਂ ਨੂੰ ਅਹਿਸਾਸ ਕਰਵਾਇਆ ਗਿਆ ਕਿ ਤੁਸੀਂ ਅੱਜ ਵੀ ਭਾਰਤ ਦੇ ਅੰਦਰ ਗੁਲਾਮ ਜੇ, ਔਰ ਜਦੋਂ ਵੀ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋਗੇ ਨੈਸ਼ਨਲ ਪੱਧਰ 'ਤੇ ਜਾਂ ਇੰਟਰਨੈਸ਼ਨਲ ਪੱਧਰ 'ਤੇ ਚੁੱਕੋਗੇ ਤਾਂ ਤੁਹਾਡਾ ਹਸ਼ਰ ਵੀ ਇਵੇਂ ਦਾ ਹੀ ਹੋਵੇਗਾ। ਸੋ ਉਸ ਵੇਲੇ ਦੀਆਂ ਤਸਵੀਰਾਂ ਇਹ ਸ਼ੰਕੇ ਵੀ ਖੜੇ ਕਰਦੀਆਂ ਨੇ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਾਂਚ ਦਾ ਵਿਸ਼ਾ ਹੈ, ਜਾਂਚ ਤੋਂ ਬਾਅਦ ਸਾਹਮਣੇ ਆਉਂਦਾ ਹੈ ਕਿ ਉਸ ਦਿਨ ਵਾਪਰਿਆ ਕੀ ਸੀ, ਜੇ ਉਸ ਪੱਧਰ ਦੀ ਜਾਂਚ ਹੋਵੇ ਤਾਂ। ਪਰ ਕੁਝ ਨੁਕਤੇ ਨੇ ਜਿਹੜੇ ਸਾਂਝੇ ਕਰਨੇ ਬੜੇ ਜ਼ਰੂਰੀ ਨੇ। ਉਹ ਇਹ ਨੇ ਕਿ ਐਕਸੀਡੈਂਟ ਆਮ ਹੀ ਹੁੰਦੇ ਵੇਖੇ ਵੀ ਨੇ, ਸੁਣੇ ਵੀ ਨੇ, ਔਰ ਕਈ ਵਾਰੀ ਸਾਡੀਆਂ ਅੱਖਾਂ ਦੇ ਸਾਹਮਣੇ ਵੀ ਵਾਪਰ ਜਾਂਦੇ ਨੇ। ਪਰ ਇਸ ਤਰ੍ਹਾਂ ਕਦੇ ਵੀ ਡੈੱਡ ਬੋਡੀ ਕਿਸੇ ਦੀ ਵੇਖਣ 'ਚ ਨਜ਼ਰ ਨਹੀਂ ਆਈ ਕਿ ਗੱਡੀ ਦਾ ਚਾਲਕ ਹੋਵੇ ਔਰ ਗੱਡੀ ਪੂਰੀ ਤਰ੍ਹਾਂ ਟੁੱਟ ਭੱਜ ਗਈ ਹੋਵੇ ਅਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਉਹ ਬੈਲਟ ਵੀ ਤੋੜ ਦੇਵੇ, ਸਾਰਾ ਕੁਝ ਹੋ ਜਾਵੇ ਅਤੇ ਫਿਰ ਸੀਟ ਦੇ ਉੱਪਰ ਪੁੱਠੀ ਲੰਮੇ ਪਈ ਹੋਵੇ। ਸੋ ਇਹ ਗੱਲ ਸੋਚਣ ਵਾਲੀ ਤਾਂ ਹੈ ਆ, ਸਮਝਣ ਵਾਲੀ ਤਾਂ ਹੈ ਆ ਕਿ ਹੋ ਸਕਦਾ ਉਸ ਦਿਨ ਉਹਦੇ ਨਾਲ ਕੋਈ ਹਾਦਸਾ ਅਜਿਹਾ ਵਰਤਾਇਆ ਗਿਆ ਹੋਵੇ, ਕਿਉਂਕਿ ਉਹ ਏਜੰਸੀਆਂ ਦੀ ਅੱਖ ਵਿੱਚ ਵੀ ਰੜਕਣ ਲੱਗ ਪਿਆ ਸੀ, ਉਹ ਸਰਕਾਰਾਂ ਦੀਆਂ ਅੱਖਾਂ ਵਿੱਚ ਵੀ ਰੜਕਣ ਲੱਗ ਪਿਆ ਸੀ ਕਿ ਇੱਕ ਇੰਟਰਨੈਸ਼ਨਲ ਪੱਧਰ ਦਾ ਸੁਲਝਿਆ ਹੋਇਆ ਇਨਸਾਨ ਜੋ ਵਕਾਲਤ ਵੀ ਜਾਣਦਾ ਹੈ, ਉਹ ਕਿਤੇ ਸੁਪਰੀਮ ਕੋਰਟ, ਹਾਈ ਕੋਰਟ ਜਾਂ ਉੱਚ ਅਦਾਲਤਾਂ ਦੇ ਵਿੱਚ ਸਿੱਖ ਮਸਲਿਆਂ ਨੂੰ ਯੋਜਨਾਬੱਧ ਤਰੀਕੇ ਨਾਲ ਉਠਾ ਕੇ ਸਰਕਾਰਾਂ ਨੂੰ ਕਟਹਿਰੇ ਵਿੱਚ ਨਾ ਖੜਾ ਕਰੇ, ਜਾਂ ਜਿਸ ਤਰ੍ਹਾਂ ਦੀ ਲਹਿਰ ਉਹ ਸਿਰਜ ਰਿਹਾ ਸੀ, ਜਿਸ ਤਰ੍ਹਾਂ ਦਾ ਪ੍ਰਚਾਰ ਉਹ ਕਰ ਰਿਹਾ ਸੀ, ਨੌਜਵਾਨਾਂ ਨੂੰ ਲਾਮਬੰਦ ਕਰਕੇ
ਕੁਝ ਅਜਿਹੀ ਮੁਸੀਬਤ ਨਾ ਸਰਕਾਰਾਂ ਲਈ ਖੜੀ ਕਰੇ ਜਿਸ ਨਾਲ ਪਹਿਲਾਂ ਹੀ ਪਿਛਲੇ ਸਮਿਆਂ 'ਚ ਸਰਕਾਰਾਂ ਨੂੰ ਵੱਡਾ ਖਮਿਆਜਾ ਭੁਗਤਣਾ ਪਿਆ ਸੀ। ਸੋ ਮੈਂ ਤਾਂ ਜਿੰਨੀ ਕੁ ਜਾਣਦਾ ਹੈ ਕਿ ਐਕਸੀਡੈਂਟ ਕਦੇ ਵੀ ਇਸ ਤਰ੍ਹਾਂ ਨਹੀਂ ਹੁੰਦੇ, ਇਸ ਤਰ੍ਹਾਂ ਨਹੀਂ ਵਾਪਰਦਾ। ਪਰ ਜੇ ਵਾਪਰ ਗਿਆ ਆ, ਸਾਡੀ ਸਮਝ ਤੋਂ ਪਰੇ ਹੈ, ਸਾਨੂੰ ਜਾਣਕਾਰੀ ਨਹੀਂ ਹੈ, ਜੋ ਵੇਖਿਆ ਜੋ ਸੁਣਿਆ ਉਹਨੂੰ ਹੀ ਸੱਚ ਮੰਨਣਾ ਸਮੇਂ ਦਾ ਜਿਹੜਾ ਆ ਉਹ ਇਸ ਵੇਲੇ ਇਸ਼ਾਰਾ ਹੈ। ਪਰ ਮੰਨਣਾ ਵੀ ਨਹੀਂ ਹੁੰਦਾ, ਕਿਉਂਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਹਰ ਅੱਖ ਦੇ ਵਿੱਚ ਅਥਰੂ ਆਇਆ। ਉਹਨੂੰ ਨਾ ਚਾਹੁਣ ਵਾਲਿਆਂ ਨੇ ਵੀ ਮਨ ਭਰਿਆ ਕਿ ਇਸ ਵੇਲੇ ਧੱਕਾ ਹੋਇਆ ਹੈ। ਸੋ ਦੋਸਤੋ, ਸਰਟੀਫਿਕੇਟ ਵੰਡਣ ਤੋਂ ਪਹਿਲਾਂ ਇੱਕ ਵਾਰੀ ਆਪਣੇ ਅੰਦਰ ਜ਼ਰੂਰ ਝਾਤ ਮਾਰ ਲਿਆ ਕਰੋ ਕਿ ਅਸੀਂ ਕਿੱਥੇ ਕੁ ਖੜੇ ਹਾਂ। ਜਦੋਂ ਦੀਪ ਸਿੱਧੂ ਦੀ ਘਰਵਾਲੀ ਜਾਂ ਉਹਦੀ ਬੇਟੀ ਜਾਂ ਉਹਦੇ ਪਰਿਵਾਰਕ ਮੈਂਬਰ ਨੇ, ਕਿਸੇ ਨੇ ਨਹੀਂ ਕਿਹਾ ਕਿ ਸਾਡਾ ਜਿਹੜਾ ਪੁੱਤ ਹੈ ਜਾਂ ਮੇਰਾ ਘਰ ਵਾਲਾ ਹੈ ਜਾਂ ਮੇਰਾ ਬਾਪ ਹੈ ਉਹ ਅਯਾਸ ਸੀ, ਜਾਂ ਉਹ ਸਾਡੇ ਵਿਰੁੱਧ ਜਾ ਕੇ ਅਜਿਹੀਆਂ ਸਮਾਜਿਕ ਵਿਰੋਧੀ ਕਾਰਵਾਈਆਂ ਕਰਦਾ ਪਿਆ ਸੀ ਜਿਸ ਨਾਲ ਸਾਨੂੰ ਭਾਰੀ ਨੁਕਸਾਨ ਸੀ। ਜਦੋਂ ਪਰਿਵਾਰ ਵਾਲੇ ਸਹਿਮਤ ਨੇ, ਪਰਿਵਾਰ ਵਾਲਿਆਂ ਕੋਈ ਅਜਿਹਾ ਨੁਕਤਾ ਜਾਂ ਕੋਈ ਅਜਿਹੀ ਕਮੀ ਦੀਪ ਦੀ ਨਹੀਂ ਗਿਣਾਈ ਜਿਸ 'ਤੇ ਉਹਦੇ ਉੱਤੇ ਸਵਾਲ ਖੜਾ ਕੀਤਾ ਜਾਵੇ, ਤਾਂ ਫਿਰ ਅਸੀਂ ਤੁਸੀਂ ਲੋਕ ਕੌਣ ਹੁੰਦੇ ਹੋ ਉਹਦੇ ਕਿਰਦਾਰ ਦੇ ਉੱਤੇ ਨੁਕਤਾਚੀਨੀ ਕਰਨ ਵਾਲੇ। ਸੋ ਜਿਹੜੀ ਨਾਲ ਉਹਦੇ ਲੜਕੀ ਸੀ, ਉਹਦੀ ਭੂਮਿਕਾ ਵੀ ਜਿਹੜੀ ਸ਼ੱਕ ਦੇ ਦਾਇਰੇ 'ਚ ਹੈ ਕਿ ਉਸ ਦਿਨ ਕੀ ਵਾਪਰਿਆ ਹੋਏਗਾ, ਉਹਨੇ ਵੀ ਕੋਈ ਗੱਲ ਬਹੁਤੀ ਖੁੱਲ੍ਹ ਕੇ ਕਲੀਅਰ ਨਹੀਂ ਕੀਤੀ। ਸੋ ਦੀਪ ਸਿੱਧੂ ਇੱਕ ਅਜਿਹਾ ਨਾਂ ਸੀ ਜੋ ਵਾਪਸ ਸ਼ਾਇਦ ਪਰਤਣਾ ਚਾਹੁੰਦਾ ਸੀ, ਸਿੱਖ ਪਰੰਪਰਾਵਾਂ ਨੂੰ ਅਪਣਾਉਣਾ ਚਾਹੁੰਦਾ ਸੀ, ਸਿੱਖ ਮਸਲਿਆਂ ਦੀ ਗੱਲ ਕਰਨੀ ਚਾਹੁੰਦਾ ਸੀ, ਪਰ ਸਮਾਂ ਨਹੀਂ ਮਿਲਿਆ। ਕਦੋਂ ਕੀ ਅਤੇ ਕਿਵੇਂ ਵਾਪਰ ਗਿਆ ਸਾਡੀ ਸਮਝ ਤੋਂ ਬਾਹਰ ਹੈ। ਪਰ ਦੀਪ ਸਿੱਧੂ ਨੂੰ ਕੌਮੀ ਸ਼ਹੀਦ ਦਾ ਦਰਜਾ ਜਾਂ ਕੌਮੀ ਯੋਧੇ ਦਾ ਦਰਜਾ ਦੇਣਾ ਇਹ ਕੋਈ ਸਿੱਖ ਪਰੰਪਰਾਵਾਂ ਦੇ ਉਲਟ ਵਾਲੀ ਗੱਲ ਨਹੀਂ ਹੈ, ਕਿਉਂਕਿ ਹਰ ਇੱਕ ਨੂੰ, ਨੌਜਵਾਨ ਨੂੰ ਇਹ ਆਸ ਬੱਝ ਗਈ ਸੀ ਕਿ ਦੀਪ ਇੱਕ ਅਜਿਹਾ ਆਗੂ ਹੈ ਜਿਹੜਾ ਯੋਜਨਾਬੱਧ ਤਰੀਕੇ ਨਾਲ, ਕਾਨੂੰਨਨ ਤਰੀਕੇ ਨਾਲ ਸਿੱਖ ਮਸਲਿਆਂ ਨੂੰ ਉਠਾ ਸਕਦਾ ਹੈ। ਅਤੇ ਸਿੱਖ ਕੌਮ ਕੋਲ, ਪੰਜਾਬੀਆਂ ਕੋਲ ਇੱਕ ਅਜਿਹਾ ਹੁਣ ਪਹਿਲਾ ਲੀਡਰ ਸੀ, ਇਹਨੂੰ ਮੰਨਿਆ ਜਾ ਸਕਦਾ, ਜੋ ਕਾਨੂੰਨਨ ਤਰੀਕੇ ਨਾਲ ਆਪਣੀ ਆਵਾਜ਼ ਬੁਲੰਦ ਕਰਦਾ ਸੀ। ਸੋ ਮੈਨੂੰ ਤਾਂ ਕੋਈ ਬੁਰਾਈ ਨਹੀਂ ਲੱਗਦੀ, ਮੈਨੂੰ ਤਾਂ ਉਹਨਾਂ ਲੋਕਾਂ ਦੀ ਸੋਚ 'ਤੇ ਤਰਸ ਆਉਂਦਾ ਜਿਹੜੇ ਆਪ ਤੇ ਸਿਆਸੀ ਪਾਰਟੀਆਂ ਦੇ ਤਲਵੇ ਚੱਟ ਨੇ, ਆਪਣੇ ਸਿਆਸੀ ਲਾਭ ਲੈਣ ਲਈ ਹਰ ਤਰ੍ਹਾਂ ਦਾ ਸਮਝੌਤਾ ਆਪਣੀ ਜ਼ਿੰਦਗੀ ਨਾਲ ਕਰ ਲੈਂਦੇ ਨੇ, ਅਤੇ ਉਹ ਦੀਪ ਵਰਗੇ ਬੰਦੇ ਦੇ ਉੱਤੇ ਉਂਗਲ ਚੁੱਕਦੇ ਨੇ, ਜਿਹੜਾ ਆਪਣਾ ਫਿਲਮੀ ਕੈਰੀਅਰ ਵੀ ਦਾਅ 'ਤੇ ਲਾ ਕੇ ਆਪਣੇ ਨੈਸ਼ਨਲ ਪੱਧਰ 'ਤੇ, ਇੰਟਰਨੈਸ਼ਨਲ ਪੱਧਰ 'ਤੇ ਸਰਕਾਰਾਂ ਨਾਲ ਜਿਹੜੇ ਚੰਗੇ ਸੰਬੰਧ ਸੀ ਉਹਨਾਂ ਨੂੰ ਵਿਗਾੜ ਕੇ ਸਿੱਖ ਮਸਲਿਆਂ ਦੀ ਗੱਲ ਕਰਦਾ ਕਰਦਾ ਕਈ ਤਰ੍ਹਾਂ ਦੇ ਕੇਸ ਆਪਣੇ 'ਤੇ ਪਵਾ ਗਿਆ ਅਤੇ ਕਈ ਤਰ੍ਹਾਂ ਦੇ ਇਲਜ਼ਾਮ ਜਿਹੜੇ ਉਹ ਆਪਣੀ ਝੋਲੀ ਪਵਾ ਗਿਆ। ਉਹਨੂੰ ਹੁਣ ਤੇ ਗਦਾਰ ਕਹਿਣਾ ਨਹੀਂ ਬਣਦਾ, ਉਹਨੂੰ ਹੁਣ ਤੇ ਸਰਕਾਰੀ ਏਜੰਸੀਆਂ ਦਾ ਭੇਜਿਆ ਹੋਇਆ ਨੁਮਾਇੰਦਾ ਕਹਿਣਾ ਤਾਂ ਨਹੀਂ ਬਣਦਾ, ਕਿਉਂਕਿ ਸਰਕਾਰੀ ਏਜੰਸੀਆਂ ਦੇ ਨੁਮਾਇੰਦੇ ਜਿਹੜੇ ਹੁੰਦੇ ਨੇ ਉਹ ਇਸ ਤਰ੍ਹਾਂ ਕੰਮ ਨਹੀਂ ਕਰਦੇ, ਉਹਨਾਂ ਦੇ ਕੰਮ ਕਰਨ ਦਾ ਤਰੀਕਾ ਕੁਝ ਹੋਰ ਹੁੰਦਾ ਹੈ। ਸੋ ਜਿਨ੍ਹਾਂ ਨੇ ਵੀ ਉਹਨੂੰ ਗਦਾਰ ਐਲਾਨਿਆ ਸੀ, ਜਿਨ੍ਹਾਂ ਨੇ ਵੀ ਉਹਦੇ ਕਿਰਦਾਰ ਉੱਤੇ ਇਲਜ਼ਾਮ ਤਰਾਸ਼ੀ ਕੀਤੀ ਸੀ, ਉਹ ਸਰਕਾਰਾਂ ਕੋਲ ਟਿਕਟਾਂ ਲੈ ਕੇ ਜਾਂ ਆਪਣੇ ਤੌਰ 'ਤੇ ਟਿਕਟਾਂ ਲੈ ਕੇ ਚੋਣ ਮੈਦਾਨ ਵਿੱਚ ਚੋਣਾਂ ਲੜ ਰਹੇ ਨੇ, ਅਤੇ ਸਿਆਸੀ ਲਾਭ ਲੈਣ ਲਈ, ਕਿਸੇ ਤਰ੍ਹਾਂ ਵਿਧਾਨ ਸਭਾ 'ਚ ਪਹੁੰਚਣ ਲਈ ਹਰ ਤਰ੍ਹਾਂ ਦੇ ਹੱਥ ਪੈਰ ਮਰ ਰਹੇ ਨੇ। ਪਰ ਉਹ ਇਕੱਲਾ ਦੀਪ ਸੀ ਜਿਸ ਨੇ ਪੰਜਾਬੀਅਤ ਦੀ ਹਾ ਦਾ ਨਾਅਰਾ ਮਾਰਿਆ, ਪੰਜਾਬੀ ਨੌਜਵਾਨਾਂ ਨੂੰ ਉਹਨਾਂ ਦਾ ਅਸਲ ਮਾਰਗ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਲੋਕਤੰਤਰਿਕ ਤਰੀਕੇ ਨਾਲ ਚੋਣਾਂ ਲੜੀਆਂ ਜਾ ਰਹੀਆਂ ਨੇ ਤਾਂ ਸਾਨੂੰ ਇਹਨਾਂ ਚੋਣਾਂ ਰਾਹੀਂ ਆਪਣੀ ਕੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸੋ ਮੈਂ ਤਾਂ ਦੋਸਤੋ ਅਖੀਰ 'ਚ ਇਹੀ ਕਹਾਂਗਾ ਕਿ ਉਹਦੇ ਪਰਿਵਾਰ ਦਾ ਕੋਈ ਵੀ ਗਿਲਾ ਦੀਪ ਨਾਲ ਨਹੀਂ ਹੈ, ਤਾਂ ਫਿਰ ਤੁਹਾਡੇ ਕੀ ਢਿੱਡ ਪੀੜ ਹੁੰਦੀ ਹੈ ਕਿ ਤੁਸੀਂ ਜੋ ਮਰਜ਼ੀ ਮੂੰਹ ਦਾ ਬਕਵਾਸ ਕਰੀ ਜਾਂਦੇ ਹੋ? ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੌਮ 'ਚ ਕੋਈ ਪਰਤ ਕੇ ਵਾਪਸ ਨਾ ਆਵੇ, ਜਾਂ ਕੋਈ ਸਿੱਖ ਪਰੰਪਰਾਵਾਂ ਨੂੰ ਅਪਣਾਉਣਾ ਨਾ ਚਾਹੇ, ਜਾਂ ਕੋਈ ਅਜਿਹੀ ਗਲਤੀ ਨਾ ਕਰ ਬੈਠੇ ਕਿ ਉਹ ਤੁਹਾਡੇ ਲਈ ਆਉਣ ਵਾਲੇ ਸਮੇਂ 'ਚ ਹਾ ਦਾ ਨਾਅਰਾ ਮਾਰੇ। ਸੋ ਮੈਂ ਧੰਨਵਾਦ ਕਰਦਾ ਉਹਨਾਂ ਸਾਰੀਆਂ ਜਥੇਬੰਦੀਆਂ ਦਾ, ਸਾਰੀਆਂ ਹੀ ਦੇਸ਼ ਵਿਦੇਸ਼ ਦੀਆਂ ਕਮੇਟੀਆਂ ਦਾ ਜਿਨ੍ਹਾਂ ਨੇ ਦੀਪ ਸਿੱਧੂ ਨੂੰ ਕੌਮੀ ਯੋਧਾ ਐਲਾਨਿਆ ਹੈ। ਖਾਸ ਕਰਕੇ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਰੱਖੇ ਗਏ ਪ੍ਰੋਗਰਾਮ ਦੀ ਵੀ ਮੈਂ ਸ਼ਲਾਘਾ ਕਰਦਾ ਕਿ ਇੱਕ ਵਧੀਆ ਜਿਹੜੀ ਆਵਾਜ਼ ਹੈ, ਇੱਕ ਵਧੀਆ ਵੇਵ ਲੋਕਾਂ 'ਚ ਗਈ ਹੈ, ਨੌਜਵਾਨਾਂ 'ਚ ਵੀ ਗਈ ਹੈ
ਕਿ ਜੇ ਕੋਈ ਕੌਮ ਲਈ ਹਾ ਦਾ ਨਾਅਰਾ ਮਾਰਦਾ ਹੈ ਤਾਂ ਸਾਡੀ ਕੌਮ ਉਹਨੂੰ ਹੱਥਾਂ 'ਤੇ ਚੁੱਕ ਲੈਂਦੀ ਹੈ, ਪਲਕਾਂ ਵਿਛਾ ਦਿੰਦੀ ਹੈ। ਸੋ ਆਸ ਕਰਦੇ ਹਾਂ ਕਿ ਅਜਿਹੇ ਨੌਜਵਾਨ ਜਿਹੜੇ ਕੌਮ ਵਿੱਚ ਹੋਰ ਵੀ ਸ਼ਮੂਲੀਅਤ ਕਰਨਗੇ ਆਉਣ ਵਾਲੇ ਸਮੇਂ 'ਚ, ਅਤੇ ਕੌਮ ਨੂੰ ਨਵੀਆਂ ਰਾਹਾਂ 'ਤੇ ਪਾ ਕੇ ਪੰਜਾਬ ਅਤੇ ਪੰਜਾਬੀਅਤ ਲਈ ਹਾ ਦਾ ਨਾਅਰਾ ਮਾਰਨਗੇ। ਸੋ ਬਹੁਤ ਧੰਨਵਾਦ ਹੈ ਦੋਸਤੋ ਤੁਹਾਡਾ। ਆਉਣ ਵਾਲੇ ਸਮੇਂ 'ਚ ਵੀ ਹੋਰ ਜਿਹੜੀਆਂ ਚਰਚਾਵਾਂ ਸਿੱਖ ਮਸਲਿਆਂ 'ਤੇ ਕਰਦੇ ਰਹਾਂਗੇ।